ਹੁਣ ਤੱਕ ਤੁਸੀਂ ਪੜ੍ਹਿਆ ਕਿ ਜਦੋਂ ਮੈਂ ਪਿਤਾ ਦੇ ਘਰੋਂ ਵਿਦਾ ਹੋ ਕੇ ਲਾਡੀ ਦੇ ਘਰ ਪਹੁੰਚੀ ਤਾਂ ਮੈਂ ਲਾਡੀ ਦਾ ਘਰ ਦੇਖ ਕੇ ਘਬਰਾ ਗਈ, ਕਿਉਂਕਿ ਲਾਡੀ ਦੇ ਘਰ ਦੇ ਹਾਲਾਤ ਤਾਂ ਮੇਰੀ ਸੋਚ ਤੋਂ ਵੀ ਜ਼ਿਆਦਾ ਖਰਾਬ ਸਨ। ਉਸ ਦਾ ਕਮਰਾ ਵੀ ਬਹੁਤ ਛੋਟਾ ਜਿਹਾ ਸੀ, ਜਿਸ ਵਿੱਚ ਬਹੁਤ ਅਜੀਬ ਜਿਹਾ ਟੁੱਟਿਆ ਪੁਰਾਣਾ ਫਰਨੀਚਰ ਪਿਆ ਸੀ। ਪਰ ਜਦੋਂ ਲਾਡੀ ਮੇਰੇ ਸਾਹਮਣੇ ਆ ਕੇ ਬੈਠਿਆ ਤਾਂ ਮੈਂ ਸਾਰੇ ਦੁੱਖ ਭੁਲਾ ਦਿੱਤੇ। ਲਾਡੀ ਨੇ ਮੇਰਾ ਹੱਥ ਫੜ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਹ ਕਹਿਣ ਲੱਗਿਆ ਕਿ ਜਦੋਂ ਮੈਂ ਤੈਨੂੰ ਬੱਸ ਵਿੱਚ ਦੇਖਿਆ ਸੀ ਤਾਂ ਮੈਨੂੰ ਮੇਰੀ ਮੁਹੱਬਤ ਮਿਲ ਗਈ ਸੀ। ਮੈਂ ਜਾਣਦਾ ਸੀ ਕਿ ਇਹ ਮੁਲਾਕਾਤ ਪਹਿਲੀ ਤੇ ਆਖਰੀ ਹੈ, ਇਸ ਲਈ ਮੈਂ ਤੇਰਾ ਖਿਆਲ ਦਿਲੋਂ ਭੁਲਾ ਦਿੱਤਾ ਸੀ। ਪਰ ਜਦੋਂ ਤੂੰ ਖੁਦ ਫੇਸਬੁੱਕ 'ਤੇ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਆਪਣੀ ਖੁਸ਼ਕਿਸਮਤੀ 'ਤੇ ਯਕੀਨ ਹੀ ਨਹੀਂ ਆ ਰਿਹਾ ਸੀ। ਸਿਮਰਨ, ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਤੇ ਤੇਰੇ ਨਾਲ ਇੱਕ ਵਾਅਦਾ ਕਰਦਾ ਹਾਂ ਕਿ ਤੇਰੇ ਲਈ ਸਭ ਕੁਝ ਠੀਕ ਕਰ ਲਵਾਂਗਾ। ਅਜੇ ਮੇਰਾ ਘਰ ਛੋਟਾ ਜਿਹਾ ਹੈ ਤੇ ਮੇਰੇ ਹਾਲਾਤ ਵੀ ਚੰਗੇ ਨਹੀਂ ਹਨ, ਪਰ ਜੇ ਤੂੰ ਮੇਰਾ ਸਾਥ ਦੇਵੇਂਗੀ ਤਾਂ ਇਹ ਮੁਸ਼ਕਿਲ ਸਮਾਂ ਲੰਘ ਜਾਵੇਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ। ਮੈਂ ਮੁਸਕਰਾ ਕੇ ਬੋਲੀ ਕਿ ਤੁਸੀਂ ਮੇਰੇ ਤੋਂ ਕੋਈ ਗੱਲ ਨਹੀਂ ਲੁਕਾਈ ਸੀ ਤੇ ਸਾਰਾ ਕੁਝ ਦੱਸ ਦਿੱਤਾ ਸੀ। ਫਿਰ ਵੀ ਮੈਂ ਤੁਹਾਡੇ ਨਾਲ ਹੀ ਵਿਆਹ ਕਰਵਾਉਣਾ ਸੀ। ਮੈਂ ਅੱਜ ਤੁਹਾਨੂੰ ਇਹ ਵਾਅਦਾ ਕਰਦੀ ਹਾਂ ਕਿ ਮੈਂ ਹਮੇਸ਼ਾ ਤੁਹਾਡਾ ਸਾਥ ਦੇਵਾਂਗੀ। ਮੇਰੀ ਗੱਲ ਸੁਣ ਲਾਡੀ ਮੁਸਕਰਾਉਣ ਲੱਗਾ ਤੇ ਮੂੰਹ ਦਿਖਾਈ ਦੀ ਮੁੰਦੀ ਮੇਰੀ ਉਂਗਲ ਵਿੱਚ ਪਾ ਦਿੱਤੀ। ਅਸੀਂ ਦੋਵੇਂ ਅਜੇ ਗੱਲਾਂ ਕਰ ਹੀ ਰਹੇ ਸਾਂ ਕਿ ਅਚਾਨਕ ਲਾਡੀ ਨੂੰ ਫੋਨ ਆਇਆ। ਫੋਨ ਸੁਣ ਕੇ ਉਹ ਬੜਾ ਪਰੇਸ਼ਾਨ ਹੋ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਸਿਮਰਨ, ਮੈਨੂੰ ਇੱਕ ਬਹੁਤ ਜ਼ਰੂਰੀ ਕੰਮ ਹੈ ਤੇ ਮੈਨੂੰ ਜਾਣਾ ਪਵੇਗਾ। ਤੁਸੀਂ ਪਲੀਜ਼ ਮੇਰੀ ਮਾਂ ਦੇ ਕਮਰੇ ਵਿੱਚ ਜਾ ਕੇ ਸੌਂ ਜਾਵੋ। ਮੈਂ ਹੈਰਾਨ ਰਹਿ ਗਈ ਸੀ। ਮੈਂ ਕਿਹਾ, ਲਾਡੀ, ਕੀ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਜ਼ਰੂਰੀ ਕੰਮ ਹੈ? ਲਾਡੀ ਦੇ ਚਿਹਰੇ 'ਤੇ ਪਰੇਸ਼ਾਨੀ ਸਾਫ਼ ਦਿਖ ਰਹੀ ਸੀ। ਉਹ ਕਹਿਣ ਲੱਗਿਆ ਕਿ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਤੇ ਤੁਸੀਂ ਮੇਰੀ ਮਾਂ ਦੇ ਕਮਰੇ ਵਿੱਚ ਜਾ ਕੇ ਪੈ ਜਾਓ। ਮੈਂ ਗੁੱਸੇ ਵਿੱਚ ਉੱਠੀ ਤੇ ਆਪਣੇ ਕੱਪੜੇ ਬਦਲ ਕੇ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ। ਮੈਂ ਆਪਣੀ ਸੱਸ ਨੂੰ ਕਿਹਾ ਕਿ ਲਾਡੀ ਕਿਸੇ ਕੰਮ ਤੋਂ ਬਾਹਰ ਜਾ ਰਿਹਾ ਹੈ। ਉਹਨਾਂ ਨੇ ਮੈਨੂੰ ਤੁਹਾਡੇ ਕਮਰੇ ਵਿੱਚ ਭੇਜਿਆ ਹੈ। ਮੇਰੀ ਸੱਸ ਮੁਸਕਰਾ ਕੇ ਬੋਲੀ ਕਿ ਕੋਈ ਗੱਲ ਨਹੀਂ ਧੀਏ, ਤੂੰ ਮੇਰੇ ਕਮਰੇ ਵਿੱਚ ਸੌਂ ਜਾ। ਮੈਂ ਚੁੱਪਚਾਪ ਬਿਸਤਰ 'ਤੇ ਪੈ ਗਈ। ਮੇਰਾ ਦਿਲ ਬਹੁਤ ਜ਼ਿਆਦਾ ਬੋਝਲ ਜਿਹਾ ਹੋ ਗਿਆ ਸੀ। ਮੈਂ ਲਾਡੀ ਖਾਤਰ ਆਪਣੇ ਪਿਤਾ ਨੂੰ ਨਾਰਾਜ਼ ਕਰਕੇ ਆ ਗਈ ਸੀ ਤੇ ਇਹ ਵਿਆਹ ਦੀ ਪਹਿਲੀ ਰਾਤ ਸੀ। ਮੈਨੂੰ ਛੱਡ ਕੇ ਆਪਣੇ ਕੰਮ ਚਲਾ ਗਿਆ। ਮੈਂ ਬਹੁਤ ਜ਼ਿਆਦਾ ਦੁਖੀ ਹੋਈ। ਇੰਜ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ। ਜਦੋਂ ਸਵੇਰੇ ਉੱਠੀ ਤਾਂ ਲਾਡੀ ਘਰੇ ਹੀ ਸੀ। ਮੈਂ ਉਸ ਨਾਲ ਕੋਈ ਗੱਲ ਨਹੀਂ ਕੀਤੀ। ਲਾਡੀ ਨੇ ਮੇਰੇ ਅੱਗੇ ਹੱਥ ਜੋੜ ਕੇ ਮਾफ़ੀ ਮੰਗੀ ਤੇ ਫਿਰ ਕਿਤੇ ਜਾ ਕੇ ਮੇਰੇ ਦਿਲੋਂ ਉਦਾਸੀ ਖਤਮ ਹੋਈ ਸੀ। ਲਾਡੀ ਦੇ ਘਰ ਦਾ ਮਾਹੌਲ ਬਹੁਤ ਵਧੀਆ ਸੀ। ਉਹ ਆਪਣੀ ਮਾਂ ਸਾਹਮਣੇ ਮੇਰੇ ਨਾਲ ਹਾਸਾ ਮਜ਼ਾਕ ਕਰ ਲੈਂਦਾ ਸੀ। ਮੇਰਾ ਛੋਟਾ ਦਿਓਰ ਵੀ ਮੈਨੂੰ ਭਾਬੀ ਭਾਬੀ ਕਹਿੰਦਾ ਥੱਕਦਾ ਨਹੀਂ ਸੀ। ਮੈਨੂੰ ਮੇਰੀ ਮਾਂ ਦੀ ਬਹੁਤ ਯਾਦ ਆ ਰਹੀ ਸੀ। ਪਿਤਾ ਜੀ ਤਾਂ ਮਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਸਨ ਤੇ ਮੇਰੇ ਚਾਰੇ ਭਰਾ ਵੀ ਪਿਤਾ ਜੀ 'ਤੇ ਹੀ ਗਏ ਸਨ। ਉਹ ਪਿਤਾ ਜੀ ਵਰਗੀਆਂ ਹੀ ਹਰਕਤਾਂ ਕਰਦੇ ਸਨ। ਅਜਿਹੇ 'ਚ ਅਸੀਂ ਮਾਂ ਬੇਟੀ ਹੀ ਇੱਕ ਦੂਜੇ ਦਾ ਸਹਾਰਾ ਸੀ। ਖੈਰ, ਮੈਨੂੰ ਯਕੀਨ ਸੀ ਕਿ ਲਾਡੀ ਨਾਲ ਮੇਰੀ ਜ਼ਿੰਦਗੀ ਬਹੁਤ ਚੰਗੀ ਲੰਘੇਗੀ। ਰਾਤ ਹੋਈ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਖਾਣਾ ਖਾਧਾ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਲਾਡੀ ਵੀ ਮੇਰੇ ਪਿੱਛੇ ਪਿੱਛੇ ਆ ਗਿਆ। ਉਹ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਾ। ਅਸੀਂ ਦੋਵੇਂ ਬਹੁਤ ਖੁਸ਼ ਸੀ। ਪਰ ਅੱਜ ਰਾਤ ਫਿਰ ਲਾਡੀ ਨੂੰ ਇੱਕ ਫੋਨ ਆਇਆ, ਜਿਸ ਨੂੰ ਸੁਣ ਕੇ ਲਾਡੀ ਫਿਰ ਪਰੇਸ਼ਾਨ ਹੋ ਗਿਆ। ਲਾਡੀ ਤੋਂ ਜ਼ਿਆਦਾ ਤਾਂ ਮੈਂ ਪਰੇਸ਼ਾਨ ਹੋ ਗਈ ਸੀ ਕਿ ਕਿਤੇ ਅੱਜ ਫਿਰ ਮੈਨੂੰ ਛੱਡ ਕੇ ਤਾਂ ਨਹੀਂ ਚਲੇ ਜਾਣਗੇ। ਲਾਡੀ ਤਦ ਹੀ ਬੋਲੇ ਕਿ ਸਿਮਰਨ, ਤੂੰ ਮੇਰੀ ਮਾਂ ਦੇ ਕਮਰੇ ਵਿੱਚ ਚਲੀ ਜਾ, ਮੈਨੂੰ ਕੰਮ ਆ। ਮੈਂ ਗੁੱਸੇ ਵਿੱਚ ਕਿਹਾ ਕਿ ਲਾਡੀ, ਮੇਰਾ ਵਿਆਹ ਤੁਹਾਡੇ ਨਾਲ ਹੋਇਆ ਹੈ ਕਿ ਤੁਹਾਡੀ ਮਾਂ ਨਾਲ, ਜੋ ਤੁਸੀਂ ਇਹ ਸਭ ਕਰ ਰਹੇ ਹੋ। ਅੱਜ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਿਆਂਗੀ। ਮੇਰੀ ਗੱਲ ਸੁਣ ਕੇ ਲਾਡੀ ਹੱਸ ਪਿਆ ਤੇ ਬੋਲਿਆ ਕਿ ਤੂੰ ਤਾਂ ਮੈਨੂੰ ਵਾਅਦਾ ਕੀਤਾ ਸੀ ਕਿ ਹਰ ਸੁੱਖ ਦੁੱਖ ਵਿੱਚ ਮੇਰਾ ਸਾਥ ਦੇਵੇਂਗੀ ਤੇ ਤੂੰ ਤਾਂ 2 ਦਿਨ ਵਿੱਚ ਹੀ ਥੱਕ ਗਈ। ਮੈਂ ਗੁੱਸੇ ਵਿੱਚ ਬੋਲੀ ਕਿ ਮੈਨੂੰ ਸੱਚ ਦੱਸੋ ਕਿ ਤੁਸੀਂ ਮੈਨੂੰ ਛੱਡ ਕੇ ਕਿੱਥੇ ਜਾਂਦੇ ਹੋ। ਲਾਡੀ ਕਹਿਣ ਲੱਗਿਆ ਕਿ ਤੂੰ ਬਿਨਾਂ ਵਜ੍ਹਾ ਮੇਰੇ 'ਤੇ ਸ਼ੱਕ ਨਾ ਕਰ। ਮੈਂ ਬਹੁਤ ਜ਼ਿਆਦਾ ਮਜਬੂਰ ਹਾਂ। ਤੈਨੂੰ ਛੱਡ ਕੇ ਜਾਂਦਾ ਹਾਂ ਤਾਂ ਤੂੰ ਸੋਚ ਵੀ ਨਹੀਂ ਸਕਦੀ ਕਿ ਮੈਂ ਕਿੰਨਾ ਬੇਵੱਸ ਮਹਿਸੂਸ ਕਰਦਾ ਹਾਂ। ਲਾਡੀ ਨੇ ਜ਼ਬਰਦਸਤੀ ਮੈਨੂੰ ਆਪਣੀ ਮਾਂ ਦੇ ਕਮਰੇ ਵਿੱਚ ਭੇਜ ਦਿੱਤਾ। ਅੱਜ ਤਾਂ ਮੇਰੇ ਹੰਝੂ ਨਿਕਲ ਰਹੇ ਸਨ। ਮੈਂ ਸੋਚਿਆ ਸੀ ਕਿ ਲਾਡੀ ਨਾਲ
ਮੇਰੀ ਜ਼ਿੰਦਗੀ ਪਿਆਰ ਮੁਹੱਬਤ ਨਾਲ ਵਧੀਆ ਲੰਘੇਗੀ। ਪਰ ਹੁਣ ਮੈਨੂੰ ਉਹ ਅਜੀਬ ਜਿਹਾ ਲੱਗਣ ਲੱਗਾ ਸੀ, ਕਿਉਂਕਿ ਕਿਹੜਾ ਪਤੀ ਆਪਣੀ ਨਵ ਵਿਆਹੁਤਾ ਨੂੰ ਆਪਣੀ ਮਾਂ ਦੇ ਕਮਰੇ ਵਿੱਚ ਛੱਡ ਕੇ ਜਾਂਦਾ ਹੈ। ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਸਵਾਲ ਪੈਦਾ ਕਰ ਰਹੀਆਂ ਸਨ। ਇਸੇ ਕਾਰਨ ਮੇਰੀਆਂ ਹੱਡੀਆਂ 'ਚ ਵੀ ਬਹੁਤ ਜ਼ਿਆਦਾ ਦਰਦ ਰਹਿਣ ਲੱਗਿਆ ਸੀ। ਅੱਜ ਤੋਂ ਪਹਿਲਾਂ ਮੇਰੇ ਨਾਲ ਕਦੇ ਅਜਿਹਾ ਨਹੀਂ ਹੋਇਆ ਸੀ। ਮੈਂ ਤਾਂ ਪੂਰੀ ਤੰਦਰੁਸਤ ਲੜਕੀ ਸੀ। ਮੈਂ ਮਾਂ ਦੇ ਮੂੰਹੋਂ ਸੁਣਿਆ ਸੀ ਕਿ ਟੈਨਸ਼ਨ ਲੈਣ ਨਾਲ ਸਰੀਰ ਬੇਜਾਨ ਜਿਹਾ ਲੱਗਣ ਲੱਗਦਾ ਹੈ। ਮੈਨੂੰ ਵੀ ਲੱਗਿਆ ਕਿ ਲਾਡੀ ਦਾ ਇਹ ਰਵੱਈਆ ਮੇਰੀ ਜਾਨ ਚੂਸ ਰਿਹਾ ਹੈ। ਪਰ ਇਸ ਦੇ ਨਾਲ ਹੀ ਮੈਂ ਇਹ ਮਹਿਸੂਸ ਕੀਤਾ ਕਿ ਮੇਰੀ ਸੱਸ ਹੁਣ ਜ਼ਿਆਦਾ ਚੁਸਤ ਦਰੁਸਤ ਨਜ਼ਰ ਆਉਂਦੀ ਸੀ। ਜੇ ਮੈਂ ਇਹ ਵੀ ਕਹਾਂ ਕਿ ਉਹ ਹੁਣ ਪਹਿਲਾਂ ਨਾਲੋਂ ਜਵਾਨ ਦਿਖਣ ਲੱਗ ਪਈ ਸੀ, ਤਾਂ ਵੀ ਕੋਈ ਗਲਤ ਨਹੀਂ ਹੋਵੇਗਾ। ਮੇਰੇ ਪਤੀ ਦਾ ਇਸ ਤਰ੍ਹਾਂ ਬਾਹਰ ਜਾਣਾ ਤੇ ਮੇਰੀ ਸੱਸ ਦਾ ਖੁਸ਼ ਰਹਿਣਾ, ਇਸ ਦਾ ਕੀ ਕਾਰਨ ਹੈ? ਇਸ ਸਾਰੇ ਮਾਮਲੇ ਦੀ ਸੱਚਾਈ ਕਿੱਥੋਂ ਪਤਾ ਕਰਾਂ? ਮੈਂ ਸੋਚ ਕੇ ਪਰੇਸ਼ਾਨ ਹੋ ਰਹੀ ਸੀ। ਫਿਰ ਅਚਾਨਕ ਮੈਨੂੰ ਮੇਰੇ ਦਿਓਰ ਦਾ ਖਿਆਲ ਆਇਆ। ਉਹ ਅਜੇ ਛੋਟਾ ਸੀ, ਉਸ ਨੂੰ ਗੱਲਾਂ 'ਚ ਲਾ ਕੇ ਕੁਝ ਵੀ ਪੁੱਛਿਆ ਜਾ ਸਕਦਾ ਸੀ। ਇੱਕ ਦਿਨ ਮੇਰਾ ਦਿਓਰ ਬੈਠਾ ਪੜ੍ਹ ਰਿਹਾ ਸੀ। ਉਸ ਦਿਨ ਮੇਰੀ ਸੱਸ ਵੀ ਘਰ ਨਹੀਂ ਸੀ। ਮੈਂ ਉਸ ਦੇ ਕੋਲ ਜਾ ਕੇ ਬੈਠ ਗਈ ਤੇ ਉਸ ਨੂੰ ਪੁੱਛਣ ਲੱਗੀ ਕਿ ਮੈਨੂੰ ਇੱਕ ਗੱਲ ਦੱਸ ਕਿ ਮੇਰੇ ਤੋਂ ਪਹਿਲਾਂ ਕੀ ਲਾਡੀ ਦੀ ਮੰਗਣੀ ਹੋਈ ਸੀ? ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਭਾਬੀ, ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਤੁਸੀਂ ਇੰਨੀ ਖੂਬਸੂਰਤ ਹੋ, ਫਿਰ ਵੀ ਤੁਸੀਂ ਮੇਰੇ ਭਰਾ ਨਾਲ ਵਿਆਹ ਕਰਨ ਲਈ ਹਾਂ ਕਿਵੇਂ ਕਰ ਦਿੱਤੀ? ਪਾਪਾ ਦੀ ਮੌਤ ਤੋਂ ਬਾਅਦ ਘਰ ਵਿੱਚ ਬਹੁਤ ਗਰੀਬੀ ਹੋ ਗਈ ਸੀ ਤੇ ਮੇਰੀ ਭੈਣ ਵੀ ਬਹੁਤ ਬਿਮਾਰ ਹੈ। ਸਾਰੇ ਹਾਲਾਤ ਤੁਹਾਡੇ ਸਾਹਮਣੇ ਹੀ ਹਨ। ਸਾਡੇ ਘਰ ਦੇ ਹਾਲਾਤ ਕਰਕੇ ਮੇਰੇ ਭਰਾ ਨਾਲ ਕੋਈ ਵੀ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਸੀ। ਫਿਰ ਇੱਕ ਦਿਨ ਭਰਾ ਨੇ ਮੰਮੀ ਨੂੰ ਕਿਹਾ ਕਿ ਉਹਨਾਂ ਨੂੰ ਇੱਕ ਲੜਕੀ ਪਸੰਦ ਹੈ ਤੇ ਉਹਨਾਂ ਦੇ ਘਰ ਰਿਸ਼ਤਾ ਲੈ ਕੇ ਜਾਓ। ਮੰਮੀ ਨੇ ਕਿਹਾ ਕਿ ਜੇ ਉਹਨਾਂ ਨੇ ਵੀ ਮਨਾ ਕਰ ਦਿੱਤਾ ਤਾਂ, ਪਰ ਮੇਰੇ ਭਰਾ ਨੇ ਕਿਹਾ ਕਿ ਅਜਿਹਾ ਇਸ ਵਾਰ ਨਹੀਂ ਹੋਵੇਗਾ ਤੇ ਇਹ ਗੱਲ ਸੱਚ ਸਾਬਤ ਹੋਈ। ਉਹ ਤੁਹਾਡੇ ਘਰ ਰਿਸ਼ਤਾ ਲੈ ਕੇ ਗਏ ਤੇ ਉੱਥੋਂ ਹਾਂ ਹੋ ਗਈ। ਇਹ ਗੱਲ ਸੁਣ ਕੇ ਮੈਨੂੰ ਥੋੜ੍ਹੀ ਜਿਹੀ ਤਸੱਲੀ ਹੋਈ, ਪਰ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਕਿ ਲਾਡੀ ਦੀ ਇੱਕ ਭੈਣ ਵੀ ਹੈ ਤੇ ਉਹ ਬਿਮਾਰ ਹੈ। ਉਹ ਹੁਣ ਕਿੱਥੇ ਹੈ? ਮੈਨੂੰ ਲਾਡੀ ਨੇ ਉਸ ਬਾਰੇ ਕਿਉਂ ਨਹੀਂ ਦੱਸਿਆ? ਮੈਥੋਂ ਕਿਉਂ ਲੁਕੋ ਕੇ ਰੱਖਿਆ? ਮੇਰੇ ਦਿਮਾਗ ਵਿੱਚ ਇਹ ਸਵਾਲ ਆਉਣ ਲੱਗੇ। ਮੈਂ ਉੱਥੋਂ ਉੱਠ ਕੇ ਰਸੋਈ ਵਿੱਚ ਚਲੇ ਗਈ। ਮੇਰੇ ਤੇ ਲਾਡੀ ਦੇ ਵਿਆਹ ਨੂੰ 2 ਹਫ਼ਤੇ ਹੋ ਚੁੱਕੇ ਸਨ, ਪਰ ਉਹ ਹਰ ਰਾਤ ਮੈਨੂੰ ਆਪਣੀ ਮਾਂ ਦੇ ਕਮਰੇ ਵਿੱਚ ਭੇਜ ਦਿੰਦਾ ਤੇ ਆਪ ਕਿਤੇ ਬਾਹਰ ਚਲਾ ਜਾਂਦਾ। ਹੁਣ ਮੈਨੂੰ ਸ਼ੱਕ ਹੋਣ ਲੱਗਿਆ ਕਿ ਕਿਤੇ ਲਾਡੀ ਨੇ ਬਾਹਰ ਕਿਸੇ ਹੋਰ ਨਾਲ ਵਿਆਹ ਤਾਂ ਨਹੀਂ ਕਰ ਰੱਖਿਆ। ਮੈਂ ਹੁਣ ਬਹੁਤ ਕਮਜ਼ੋਰ ਜਿਹੀ ਹੋਣ ਲੱਗ ਗਈ ਸੀ। ਮੇਰੀਆਂ ਹੱਡੀਆਂ 'ਚ ਵੀ ਦਰਦ ਰਹਿਣ ਲੱਗਿਆ ਸੀ ਤੇ ਮੇਰੀ ਸੱਸ ਪਹਿਲਾਂ ਨਾਲੋਂ ਚੰਗੀ ਹੋਣ ਲੱਗੀ ਸੀ। ਮੈਨੂੰ ਇਹ ਸਭ ਕੁਝ ਬਹੁਤ ਅਜੀਬ ਜਿਹਾ ਲੱਗਦਾ। ਇੱਕ ਦਿਨ ਮੇਰੇ ਸਰੀਰ ਵਿੱਚ ਬਹੁਤ ਜ਼ਿਆਦਾ ਦਰਦ ਸੀ ਤੇ ਜਦੋਂ ਲਾਡੀ ਘਰ ਆਇਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਕਿਸੇ ਡਾਕਟਰ ਕੋਲ ਲੈ ਜਾਓ, ਮੇਰੇ ਬਹੁਤ ਦਰਦ ਹੋ ਰਿਹਾ ਹੈ। ਤਾਂ ਲਾਡੀ ਨੇ ਕਿਹਾ ਕਿ ਡਾਕਟਰ ਕੋਲ ਵੀ ਸ਼ਾਇਦ ਇਸ ਦਾ ਇਲਾਜ ਨਾ ਹੋਵੇ। ਉਹ ਮਾਂ ਦੇ ਕਮਰੇ ਵਿੱਚ ਗਏ ਤੇ ਉੱਥੋਂ ਇੱਕ ਪੁੜੀ ਚੁੱਕ ਲਿਆਏ। ਮੈਨੂੰ ਕਹਿੰਦੇ ਕਿ ਇਹ ਪੁੜੀ ਖਾ ਲਾ, ਤੂੰ ਠੀਕ ਹੋ ਜਾਵੇਂਗੀ। ਲਾਡੀ ਦੀ ਇਸ ਹਰਕਤ ਤੋਂ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਉਹ ਪੁੜੀ ਫੜ ਕੇ ਥੱਲੇ ਸੁੱਟ ਦਿੱਤੀ। ਮੇਰੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ। ਮੈਂ ਲਾਡੀ ਨੂੰ ਕਿਹਾ ਕਿ ਮੈਂ ਤੁਹਾਡੀ ਇੱਕ ਚੰਗੀ ਗੱਲ ਦੇਖ ਕੇ ਸੋਚ ਲਿਆ ਕਿ ਤੁਸੀਂ ਕਿੰਨੇ ਚੰਗੇ ਇਨਸਾਨ ਹੋਵੋਗੇ ਤੇ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਤੇ ਤੁਹਾਡੇ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਪਰ ਅੱਜ ਮੈਨੂੰ ਇਹ ਫੈਸਲਾ ਗਲਤ ਲੱਗ ਰਿਹਾ ਹੈ ਤੇ ਮੈਂ ਸੋਚ ਲਿਆ ਹੈ ਕਿ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਾਂਗੀ। ਮੈਨੂੰ ਤੁਹਾਡੇ ਤੋਂ ਤਲਾਕ ਚਾਹੀਦਾ ਹੈ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ ਕਿ ਤੂੰ ਇੰਨੀ ਛੇਤੀ ਮੇਰਾ ਸਾਥ ਛੱਡ ਦੇਵੇਂਗੀ? ਮੈਂ ਕਦੇ ਸੋਚਿਆ ਵੀ ਨਹੀਂ ਸੀ। ਇਹ ਆਖ ਉਹ ਬਾਹਰ ਚਲਾ ਗਿਆ। ਮੇਰਾ ਦਿਓਰ ਕਮਰੇ ਵਿੱਚ ਆਇਆ ਤੇ ਮੈਨੂੰ ਰੋਂਦੀ ਨੂੰ ਦੇਖ ਕੇ ਪੁੱਛਣ ਲੱਗਾ ਕਿ ਭਾਬੀ, ਤੁਸੀਂ ਕਿਉਂ ਰੋ ਰਹੇ ਹੋ? ਮੈਂ ਕਿਹਾ ਕਿ ਮੇਰੀਆਂ ਹੱਡੀਆਂ ਵਿੱਚ ਬਹੁਤ ਦਰਦ ਹੈ ਤੇ ਮੈਨੂੰ ਕੋਈ ਡਾਕਟਰ ਕੋਲ ਨਹੀਂ ਲੈ ਕੇ ਜਾ ਰਿਹਾ। ਮੇਰੀ ਗੱਲ ਸੁਣ, ਉਹ ਬੋਲਿਆ ਕਿ ਮਾਂ ਤੁਹਾਡੇ ਨਾਲ ਚੰਗਾ ਨਹੀਂ ਕਰ ਰਹੀ, ਉਹ ਆਪਣੀ ਬੇਟੀ ਖਾਤਰ ਤੁਹਾਨੂੰ ਬਿਮਾਰ ਕਰ ਰਹੀ ਆ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਬੋਲੀ ਕਿ ਕੀ ਮਤਲਬ ਹੈ ਤੇਰਾ? ਤੂੰ ਕੀ ਆਖ ਰਿਹਾ? ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਉਹ ਇੱਕਦਮ ਘਬਰਾ ਗਿਆ ਤੇ ਉੱਠ ਕੇ ਬਾਹਰ ਚਲਾ ਗਿਆ। ਮੈਨੂੰ ਯਕੀਨ ਹੋ ਗਿਆ ਕਿ ਕੁਝ ਨਾ ਕੁਝ ਤਾਂ ਜ਼ਰੂਰ ਗੜਬੜ ਹੈ। ਮੈਂ ਇਸ ਰਾਜ਼ ਤੋਂ ਪਰਦਾ ਉਠਾ ਕੇ ਹਟਾਂਗੀ। ਮੈਂ ਸੋਚਿਆ ਕਿ ਆਪਣੇ ਦਿਓਰ ਤੋਂ ਇਸ ਗੱਲ ਦਾ ਕਿਵੇਂ ਪਤਾ ਕਰਾਂ। ਫਿਰ ਮੈਂ ਸੋਚਿਆ ਕਿ ਉਹ ਇੱਕ ਬੱਚਾ ਹੈ, ਕਿਸੇ ਲਾਲਚ ਵਿੱਚ ਆ ਕੇ ਮੈਨੂੰ ਸਾਰਾ ਕੁਝ ਦੱਸ ਦੇਵੇਗਾ। ਇੱਕ ਦਿਨ ਮੈਂ ਉਸ ਨੂੰ ਚਾਕਲੇਟ
ਤੇ ਕਾਫੀ ਟੌਫੀਆਂ ਦਿੱਤੀਆਂ ਤੇ ਉਸਨੂੰ ਕਿਹਾ ਕਿ ਮੈਨੂੰ ਦੱਸ ਕੇ ਮਾਂ ਮੇਰੇ ਨਾਲ ਕੀ ਕਰਦੀ ਹੈ। ਉਸਨੇ ਮੈਨੂੰ ਜੋ ਗੱਲ ਦੱਸੀ ਤਾਂ ਮੈਂ ਡਰ ਗਈ ਸੀ ਤੇ ਮੇਰਾ ਦਿਮਾਗ ਘੁੰਮ ਗਿਆ। ਹੁਣ ਤਾਂ ਮੈਂ ਲਾਡੀ ਦੇ ਆਉਣ ਦੀ ਉਡੀਕ ਕਰ ਰਹੀ ਸੀ। ਉਹ ਜਦੋਂ ਘਰ ਆਇਆ ਤਾਂ ਮੈਂ ਉਸ ਉੱਤੇ ਟੁੱਟ ਪਈ ਤੇ ਬੋਲੀ ਕਿ ਤੁਹਾਡੇ ਤੋਂ ਚੰਗਾ ਤਾਂ ਮੇਰਾ ਦਿਓਰ ਹੈ, ਜਿਸ ਨੇ ਮੇਰੇ ਤੇ ਤਰਸ ਖਾਧਾ ਤੇ ਮੈਨੂੰ ਸੱਚ ਦੱਸਿਆ, ਜਦ ਕਿ ਤੁਸੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮੇਰੀ ਗੱਲ ਸੁਣ। ਲਾਡੀ ਬਹੁਤ ਘਬਰਾ ਗਿਆ। ਉਹ ਮੇਰੇ ਅੱਗੇ ਹੱਥ ਜੋੜਨ ਲੱਗਾ ਕਿ ਮੈਨੂੰ ਮਾਫ਼ ਕਰ ਦੇ, ਮੈਂ ਬਹੁਤ ਮਜਬੂਰ ਸੀ। ਅਸਲ ਵਿੱਚ ਪਿਤਾ ਜੀ ਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਸਨ ਤੇ ਮੇਰੀ ਭੈਣ ਖੂਨ ਦੀ ਘਾਟ ਕਾਰਨ ਬਿਮਾਰ ਰਹਿਣ ਲੱਗੀ ਸੀ। ਡਾਕਟਰਾਂ ਨੇ ਉਸ ਦੇ ਇਲਾਜ ਲਈ ਕਾਫੀ ਪੈਸੇ ਮੰਗੇ ਸਨ, ਜਦ ਕਿ ਮੈਂ ਉਸੇ ਹਸਪਤਾਲ ਵਿੱਚ ਕੰਮ ਕਰਦਾ ਸੀ ਤੇ ਉੱਥੇ ਕੰਪਾਊਂਡਰ ਲੱਗਾ ਹੋਇਆ ਸੀ। ਇਸ ਲਈ ਮੈਂ ਆਪਣੀ ਭੈਣ ਨੂੰ ਉਸ ਹਸਪਤਾਲ ਵਿੱਚ ਭਰਤੀ ਕਰਵਾਇਆ। ਉਸ ਵਿੱਚ ਖੂਨ ਦੀ ਇੰਨੀ ਕਮੀ ਸੀ ਕਿ ਉਸ ਦੀ ਮੌਤ ਵੀ ਹੋ ਸਕਦੀ ਸੀ। ਮਾਂ ਨੂੰ ਸ਼ੂਗਰ ਸੀ, ਇਸ ਲਈ ਉਸ ਦਾ ਖੂਨ ਨਹੀਂ ਕੱਢਿਆ ਜਾ ਸਕਦਾ ਸੀ। ਮੇਰਾ ਭਰਾ ਛੋਟਾ ਹੈ ਤੇ ਮੇਰਾ ਬਲੱਡ ਗਰੁੱਪ ਉਸ ਨਾਲ ਮੈਚ ਨਹੀਂ ਕਰ ਰਿਹਾ। ਮੈਂ ਕਿਵੇਂ ਨਾ ਕਿਵੇਂ ਕਰਕੇ 3 ਯੂਨਿਟ ਦਾ ਜੁਗਾੜ ਕਰ ਲਿਆ, ਪਰ ਹਜੇ ਵੀ 4 ਯੂਨਿਟ ਦੀ ਲੋੜ ਸੀ ਤੇ ਕਿਤੋਂ ਵੀ ਇੰਤਜ਼ਾਮ ਨਹੀਂ ਹੋ ਰਿਹਾ ਸੀ। ਉਸ ਸਮੇਂ ਆਪਣਾ ਰਿਸ਼ਤਾ ਹੋ ਗਿਆ ਤੇ ਵਿਆਹ ਦੀ ਪਹਿਲੀ ਰਾਤ ਮੈਂ ਫ਼ੋਨ ਦਾ ਬਹਾਨਾ ਬਣਾ ਕੇ ਮਾਂ ਦੇ ਕਮਰੇ ਵਿੱਚ ਚਲਾ ਗਿਆ ਤੇ ਇੱਕ ਸਿਰਹਾਣੇ ਵਿੱਚ ਕਲੋਰੋਫਾਰਮ ਮਿਲਾ ਦਿੱਤੀ, ਜਿਸ ਨਾਲ ਤੈਨੂੰ ਮਾਂ ਦੇ ਕਮਰੇ ਵਿੱਚ ਜਾਂਦੇ ਹੀ ਨੀਂਦ ਆ ਗਈ। ਮੈਂ ਜਦੋਂ ਤੇਰੇ ਬਲੱਡ ਗਰੁੱਪ ਦੀ ਜਾਂਚ ਕੀਤੀ ਤਾਂ ਉਹ ਮੇਰੀ ਭੈਣ ਦੇ ਖੂਨ ਨਾਲ ਮਿਲ ਗਿਆ। ਇਸ ਤੋਂ ਬਾਅਦ ਮੈਂ ਤੁਹਾਡਾ ਇੱਕ ਇੱਕ ਕਰਕੇ 4 ਯੂਨਿਟ ਖੂਨ ਲੈ ਲਿਆ। ਤੇਰੇ ਸਰੀਰ ਵਿੱਚੋਂ ਇੱਕਦਮ ਖੂਨ ਨਿਕਲਣ ਨਾਲ ਤੈਨੂੰ ਕਮਜ਼ੋਰੀ ਹੋ ਗਈ, ਪਰ ਮੇਰੀ ਭੈਣ ਹੁਣ ਬਿਲਕੁਲ ਠੀਕ ਹੈ ਤੇ ਮੈਂ ਰੋਜ਼ ਰਾਤ ਨੂੰ ਉਸ ਕੋਲ ਹੀ ਹਸਪਤਾਲ ਜਾਂਦਾ ਸੀ। ਸਿਮਰਨ, ਮੈਂ ਮੰਨਦਾ ਹਾਂ ਕਿ ਮੈਂ ਤੁਹਾਡੀ ਜ਼ਿੰਦਗੀ ਨੂੰ ਮੁਸ਼ਕਿਲ ਵਿੱਚ ਪਾਇਆ। ਮੈਨੂੰ ਪਤਾ ਸੀ ਕਿ ਇਸ ਨਾਲ ਤੁਹਾਨੂੰ ਬਹੁਤ ਕਮਜ਼ੋਰੀ ਆਵੇਗੀ, ਪਰ ਜਦੋਂ ਤੁਸੀਂ ਚੰਗਾ ਖਾਓ ਪੀਓਗੇ ਤਾਂ ਕੁਝ ਹੀ ਦਿਨਾਂ ਵਿੱਚ ਇਹ ਕਮਜ਼ੋਰੀ ਦੂਰ ਹੋ ਜਾਵੇਗੀ। ਪਰ ਮੇਰੀ ਭੈਣ ਖੂਨ ਤੋਂ ਬਿਨਾਂ ਠੀਕ ਨਹੀਂ ਹੋ ਸਕਦੀ ਸੀ। ਹੁਣ ਤੁਸੀਂ ਜੋ ਮੈਨੂੰ ਸਜ਼ਾ ਦੇਣੀ ਚਾਹੁੰਦੇ ਹੋ ਉਹ ਦੇ ਸਕਦੇ ਹੋ। ਮੈਂ ਇੱਕ ਚੰਗਾ ਇਨਸਾਨ ਹਾਂ ਜਾਂ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਜਾਣਦਾ ਹਾਂ ਕਿ ਮੈਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮੇਰੀ ਭੈਣ ਦੇ ਠੀਕ ਹੋਣ ਨਾਲ ਮੇਰੀ ਮਾਂ ਵੀ ਖੁਸ਼ ਰਹਿੰਦੀ ਹੈ ਤੇ ਉਹਨਾਂ ਦੀ ਸਿਹਤ ਵੀ ਪਹਿਲਾਂ ਨਾਲੋਂ ਚੰਗੀ ਹੋ ਗਈ ਹੈ। ਲਾਡੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਜੋ ਵੀ ਕੀਤਾ ਮਜਬੂਰੀ 'ਚ ਕੀਤਾ। ਉਹ ਸੱਚਮੁੱਚ ਹੀ ਇੱਕ ਚੰਗਾ ਇਨਸਾਨ ਸੀ। ਮੈਂ ਉਸਨੂੰ ਮਾਫ਼ ਕਰ ਦਿੱਤਾ ਤੇ ਗਲੇ ਨਾਲ ਲਗਾ ਲਿਆ। ਮੈਂ ਆਪਣੀ ਸੱਸ ਨੂੰ ਵੀ ਮਾਫ਼ ਕਰ ਦਿੱਤਾ। ਫਿਰ ਅਸੀਂ ਹਸਪਤਾਲ ਗਏ ਤੇ ਮੇਰੀ ਨਨਾਣ ਨੂੰ ਛੁੱਟੀ ਦਿਵਾ ਕੇ ਘਰ ਲੈ ਆਏ। ਘਰ ਆ ਕੇ ਮੇਰੀ ਨਨਾਣ ਨੇ ਮੇਰਾ ਬਹੁਤ ਧੰਨਵਾਦ ਕੀਤਾ ਤੇ ਕਹਿਣ ਲੱਗੀ ਕਿ ਤੁਹਾਡੇ ਕਰਕੇ ਮੇਰੀ ਜਾਨ ਬਚ ਗਈ। ਹੁਣ ਸਾਡਾ ਪਰਿਵਾਰ ਖੁਸ਼ਹਾਲ ਪਰਿਵਾਰ ਹੈ ਤੇ ਅਸੀਂ ਸਾਰੇ ਮਿਲ ਜੁਲ ਕੇ ਰਹਿੰਦੇ ਹਾਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਧੰਨਵਾਦ ਜੀ।